वाहिगुरु साहिब जी। जिन कीती सो मनना, को साल जिवाहें शाली। धर्म राय है देवता, लै गल्लां करे दलाली। सतगुर आखै सच्चा करे, सा बात होवै दरहाली। गुर अंगद दी दोही फिरी, सच करतै बंद बहाली। नानक काया पलट कर, मल तख्त बैठा सै डाली। दर सेवे उम्मत खड़ी, मस्कलै होए जंगाली। दर दरवेश खसम दै, नाए सच्चै बाणी लाली। बलवंड खीवी नेक जाना, जिस बहुती छाँव बतराली। लंगर दौलत वंडियै, रस अमृत खीर क्याली। गुर सिखां के मुख उजले, मन मुख थिए पराली। पए कबूल खसम नाल, जां काल मरदी काली। माता खीवी शह सोए, जिन गोए उठाली। पए कबूल खसम नाल, जां काल मरदी काली। माता खीवी शह सोए, जिन गोए उठाली। जुगो जुग अटल, चवर छतर तख दे मालक। हाजरा हजूर सर्व कला भरपूर, सर्वे कायनात दे प्रतिपालक। गुरता गद्दी ते शोभायमान, धन 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 साहिब सतगुरु गुरु ग्रंथ साहिब महाराज जीओ की पवित्र पावन हजूरी अंदर सतगुरु जी दे अमोलक पावन पवित्र बाणी दे खजाने विचों राम कली की वार, राय बलवंड तथा सत्य डूम आखी। इस बाणी दी चल रही लड़ीवार विचार दियां हाजरियां भरन वास्ते सतगुरु दे हजूर आकर के बैठे हाँ। हुण तक इस वार विचों 2 पौड़ियां तक दा पाठ ਅਤੇ विचार असीं साझा कर चुके हाँ। अज तीजी पौड़ी का पाठ असीं हुणे श्रवण कीता है। आओ इस दी विचार नाल अते इस पौड़ी दे उचारण नुक्तियां नाल विचार साझी करन वास्ते गुरु चरना विच आपो अपनी हाजरी लगवाउंदे हुए विचार की आरंभता करिए। प्यार अदब सत्कार सहित आखो जी वाहिगुरु जी का खालसा वाहिगुरु जी की फतेह।
ਰਾਮਕਲੀ ਰਾਗ ਵਿੱਚ ਕੁੱਲ 3 ਵਾਰਾਂ ਹਨ। ਤੀਜੀ ਵਾਰ ਦੀ ਵਿਚਾਰ ਅਸੀਂ ਸਾਂਝੀ ਕਰ ਰਹੇ ਹਾਂ, ਜਿਸ ਨੂੰ ਗੁਰੂ ਘਰ ਦੇ ਅਨੰਨ ਸੇਵਕ, ਸ਼ਰਧਾਵਾਨ, ਕੀਰਤਨੀਏ, ਹਰ ਜਸ ਗਾਉਣ ਵਾਲੇ ਭਾਈ ਬਲਵੰਡ ਰਾਏ ਜੀ ਅਤੇ ਭਾਈ ਸੱਤਾ ਜੀ ਨੇ ਉਚਾਰਨ ਕੀਤੀ ਹੈ। ਅੱਜ ਇਸ ਦੀ ਤੀਜੀ ਪੌੜੀ ਦੇ ਅੰਦਰ ਜੋ ਜੀਵਨ ਜਾਚ, ਜੋ ਵਿਚਾਰ, ਜੋ ਸਿਧਾਂਤ ਦੀ ਗੱਲ ਭਾਈ ਬਲਵੰਡ ਰਾਏ ਜੀ ਨੇ ਸਾਂਝੀ ਕੀਤੀ ਹੈ, ਇਸ ਵਿਚਾਰ ਨਾਲ ਜੁੜਨ ਲੱਗਿਆਂ ਇਸ ਗੱਲ ਦਾ ਅੱਜ ਅਸੀਂ ਖਿਆਲ ਰੱਖਣਾ ਹੈ, ਧਿਆਨ ਕਰਨਾ ਹੈ ਕਿ ਜਿਸ ਧਰਮ ਦਾ ਰਾਜ, ਧਰਮ ਦੀ ਨੀਂਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰੱਖੀ ਸੀ, ਉਸ ਉੱਤੇ ਹੁਣ ਉਹ ਜ਼ਿੰਮੇਵਾਰੀ ਦਾ ਮਹਿਲ ਜਿਹੜਾ ਹੈ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਟਿਕਾ ਦਿੱਤਾ ਹੈ। ਅੱਜ ਦੀ ਇਸ ਪੌੜੀ ਵਿੱਚ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਕਿਵੇਂ ਗੁਰੂ ਦੇ ਦਰ ਉੱਤੇ, ਮਾਲਕ ਦੇ ਦਰ ਉੱਤੇ ਪ੍ਰਵਾਨ ਹੋਏ ਹਨ ਅਤੇ ਪ੍ਰਵਾਨ ਹੋਣ ਤੋਂ ਬਾਅਦ ਉਹ ਆਪ ਕਿਵੇਂ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਡਾ ਸਿੱਖਾਂ ਦਾ, ਸ਼ਰਨ ਵਿੱਚ ਆਉਣ ਵਾਲਿਆਂ ਦਾ ਸੰਬੰਧ ਪੈਦਾ ਕਰਦੇ ਨੇ, ਉਹ ਮਾਲਕ ਪ੍ਰਭੂ ਨਾਲ ਨੇੜਤਾ ਬਣਾਉਂਦੇ ਨੇ, ਮਾਲਕ ਪ੍ਰਭੂ ਨਾਲ ਪਿਆਰ ਬਣਾਉਂਦੇ ਨੇ। ਇਸ ਗੱਲ ਦੀ ਵਿਚਾਰ ਜਿਹੜੀ ਹੈ ਉਹ ਅੱਜ ਦੀ ਇਸ ਪੌੜੀ ਵਿੱਚ ਸਾਂਝੀ ਕੀਤੀ ਹੈ। ਜਿਵੇਂ ਕਿ ਸ਼ਬਦ ਵਿੱਚ ਰਹਾਉ ਦੀਆਂ ਪੰਕਤੀਆਂ ਹੁੰਦੀਆਂ ਨੇ, ਜੋ ਉਸ ਦਾ ਕੇਂਦਰੀ ਭਾਵ ਹੁੰਦਾ ਹੈ, ਤੇ ਸ਼ਬਦ ਵਿਚਾਰ ਦਾ ਸਿਧਾਂਤ ਇਹ ਦੱਸਦਾ ਹੈ ਵੀ ਜਦੋਂ ਵਿਚਾਰ ਆਰੰਭ ਕਰੀਏ ਤੇ ਅਸੀਂ ਉਸ ਦੇ ਕੇਂਦਰੀ ਭਾਵ ਨੂੰ ਜਿਹੜਾ ਪਹਿਲਾਂ ਉਜਾਗਰ ਕਰੀਏ। ਤਿਵੇਂ ਪੌੜੀਆਂ ਦੇ ਅੰਦਰ ਜੋ ਵਿਚਾਰ ਹੁੰਦੀ ਹੈ ਉਸ ਦਾ ਕੇਂਦਰੀ ਭਾਗ ਲਗਭਗ ਜ਼ਿਆਦਾਤਰ ਹਰ ਵਾਰੀ ਅਖੀਰ ਪੰਕਤੀ ਤੋਂ ਸ਼ੁਰੂਆਤ ਹੁੰਦੀ ਹੈ ਤੇ ਬਾਕੀ ਸਾਰੀਆਂ ਪੰਕਤੀਆਂ ਉਸੇ ਦੀ ਤਰਜਮਾਨੀ ਕਰਦੀਆਂ ਨੇ। ਤੇ ਇੱਥੇ ਅੱਜ ਦੀ ਪੌੜੀ ਦੇ ਅੰਦਰ ਭਾਈ ਬਲਵੰਡ ਰਾਏ ਜੀ ਨੇ ਜ਼ਿਕਰ ਕੀਤਾ ਹੈ। ਪੌੜੀ ਦੀ ਅਖੀਰ ਪੰਕਤੀ ਨੂੰ ਪਹਿਲਾਂ ਸਾਂਝਾ ਕਰੀਏ। ਮਾਤਾ ਖੀਵੀ ਸ਼ਹ ਸੋਏ, ਜਿਨ ਗੋਏ ਉਠਾੜੀ। ਚੇਤਾ ਰੱਖਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਜਿੱਥੇ ਇਹ ਰਾਮਕਲੀ ਰਾਗ ਦੇ ਅੰਦਰ ਇਹ ਪਾਵਨ ਬਾਣੀ ਵਾਰ ਦਰਜ ਹੈ, 966 ਅੰਗ ਤੋਂ ਸ਼ੁਰੂ ਹੋ ਕਰਕੇ 968 ਅੰਗ ਤੱਕ ਇਹ ਵਾਰ ਹੈ। ਤੇ ਇੱਥੇ ਅੱਜ ਪਹਿਲੀ ਵਾਰ ਇੱਕ ਇਸਤਰੀ ਦਾ ਨਾਮ ਆਇਆ ਹੈ, ਜਿਹਦਾ ਨਾਮ ਹੈ ਮਾਤਾ ਖੀਵੀ। ਇਤਿਹਾਸਕ ਤੌਰ ਤੇ ਜਦੋਂ ਇਸ ਪਾਤਰ ਨੂੰ ਵੇਖਦੇ ਹਾਂ ਤੇ ਇਤਿਹਾਸ ਦੱਸਦਾ ਵੀ ਮਾਤਾ ਖੀਵੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਮਹਿਲ ਹਨ, ਸੁਪਤਨੀ ਹਨ। ਇੱਥੇ ਜ਼ਿਕਰ ਕੀਤਾ ਹੈ ਮਾਤਾ ਖੀਵੀ ਸ਼ਹ ਸੋਏ। ਮਾਤਾ ਖੀਵੀ ਦਾ ਸ਼ਹ ਸ਼ੌਹਰ, ਉਹਦਾ ਪਤੀ, ਉਹਦਾ ਮਾਲਕ। ਸੋਏ ਦਾ ਅਰਥ ਹੈ ਉਹ ਹੈ ਜਿਨ ਗੋਏ ਉਠਾਲੀ, ਜਿਨ ਦਾ ਅਰਥ ਹੈ ਜਿਸ ਨੇ, ਗੋਏ ਦਾ ਅਰਥ ਹੈ ਧਰਤੀ, ਉਠਾਲੀ ਦਾ ਅਰਥ ਹੈ ਚੁੱਕੀ ਹੋਈ ਹੈ। ਧਰਤੀ ਚੁੱਕੀ ਹੋਈ ਦਾ ਭਾਵ ਕੀ ਹੈ, ਇਸ ਗੱਲ ਨੂੰ ਧਿਆਨ ਦੇ ਕਰਕੇ ਸਮਝਣਾ ਹੈ। ਕਈ ਵਾਰੀ ਕੀ ਹੁੰਦਾ ਹੈ, ਅਸੀਂ ਆਮ ਘਰਾਂ ਵਿੱਚ ਗੱਲਾਂ ਬਾਤਾਂ ਕਰਦੇ ਹਾਂ, ਕਿਸੇ ਘਰ ਦੇ ਅੰਦਰ 2 ਪੁੱਤਰ ਨੇ ਤੇ ਕਈ ਵਾਰੀ ਐਸਾ ਹੁੰਦਾ ਵੀ ਵੱਡਾ ਪੁੱਤਰ ਕੋਈ ਨਿਕੰਮਾ ਹੋਵੇ, ਕੰਮਕਾਰ ਨਾ ਕਰੇ, ਪਰ ਛੋਟਾ ਪੁੱਤਰ ਸਿਆਣਾ ਨਿਕਲੇ, ਲਾਇਕ ਨਿਕਲੇ। ਤੇ ਅਕਸਰ ਮਾਤਾਵਾਂ, ਭੈਣਾਂ ਜਾਂ ਪਰਿਵਾਰ ਵਿੱਚ ਗੱਲਾਂ ਕੀਤੀਆਂ ਜਾਂਦੀਆਂ ਨੇ ਵੀ ਵੱਡੇ ਪੁੱਤਰ ਨੇ ਤੇ ਘਰ ਦਾ ਕੁਝ ਨਹੀਂ ਸਵਾਰਿਆ, ਛੋਟਾ ਹੈ ਜਿਸ ਨੇ ਘਰ ਸਿਰ ਤੇ ਚੁੱਕ ਲਿਆ, ਭਾਵ ਘਰ ਦੀ ਜ਼ਿੰਮੇਵਾਰੀ ਚੁੱਕ ਲਈ ਹੈ। तो माता खीवी शह सोए जिन गोए उठाली,
ਜਿਸ ਨੇ ਧਰਤੀ ਨੂੰ ਉਠਾਇਆ ਹੈ। ਆਖਣ ਤੋਂ ਭਾਵ ਜਿਸ ਨੇ ਧਰਤੀ ਨੂੰ, ਸੰਸਾਰ ਨੂੰ, ਖਲਕਤ ਨੂੰ, ਕਾਇਨਾਤ ਨੂੰ ਤਾਰਨ ਦੀ ਜ਼ਿੰਮੇਵਾਰੀ ਸਿਰ ਤੇ ਲੈ ਲਈ ਹੈ, ਜਿਹੜੀ ਜ਼ਿੰਮੇਵਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਨਿਭਾਉਂਦੇ ਆਏ ਨੇ, ਜਿਹਦੀ ਗਵਾਹੀ ਵਿੱਚ ਅਸੀਂ ਕੱਲ ਵੀ ਗੱਲ ਸਾਂਝੀ ਕੀਤੀ ਸੀ ਵੀ ਬਾਬੇ ਧਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਉਸ ਚਾਰੇ ਚੱਕ ਨੂੰ ਤਾਰਨ ਵਾਸਤੇ ਅੱਜ ਇਹ ਜ਼ਿੰਮੇਵਾਰੀ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਹਿੱਸੇ ਵਿੱਚ ਆਈ ਹੈ। ਮਾਤਾ ਕੀਵੀ ਸ਼ਹ ਸੋਏ ਜਿਨ ਗੋਏ ਉਠਾ ਲਈ, ਜਿਨੇ ਧਰਤੀ ਦਾ, ਧਰਤੀ ਦੇ ਜੀਵਾਂ ਦਾ, ਖਲਕਤ ਕਾਇਨਾਤ ਦੇ ਜੀਵਾਂ ਦਾ ਪਾਰ ਉਤਾਰਾ ਕਰਨ ਦੀ ਜ਼ਿੰਮੇਵਾਰੀ ਲੈ ਲਈ ਹੈ। ਹੁਣ ਪੌੜੀ ਦੀ ਪਹਿਲੀ ਪੰਕਤੀ ਵੱਲ ਆਈਏ ਤੇ ਰਾਏ ਬਲਵੰਡ ਜੀ ਲਿਖਦੇ ਹਨ, ਆਖਦੇ ਨੇ ਜਿਨ ਕੀਤੀ ਸੋ ਮੰਨਣਾ, ਕੋ ਸਾਲ ਜਿਵਾਹੀ ਸ਼ਾਲੀ। ਭਾਈ ਜੀ ਆਖਦੇ ਹਨ ਕਿ ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰੂ ਅੰਗਦ ਸਾਹਿਬ ਨੂੰ ਪ੍ਰਵਾਨ ਕਰਕੇ ਇਹ ਜ਼ਿੰਮੇਵਾਰੀ ਦਿੱਤੀ ਹੈ, ਇਹ ਜ਼ਿੰਮੇਵਾਰੀ ਮਿਲਣ ਦਾ ਫਿਰ ਅੱਜ ਇੱਥੇ ਇੱਕ ਉਹਨਾਂ ਨੇ ਕਾਰਨ, ਇੱਕ ਦ੍ਰਿਸ਼ਟਾਂਤ ਦੇ ਕਰਕੇ ਸਾਂਝਾ ਕੀਤਾ ਹੈ। ਕਹਿਣ ਲੱਗੇ ਜਿਨ ਕੀਤੀ, ਜਿਸ ਨੇ ਕੀਤੀ, ਸੇਵਾ ਕੀਤੀ, ਨਿਮਰਤਾ ਵਿੱਚ ਆ ਕਰਕੇ ਹੁਕਮ ਮੰਨਣ ਦੀ ਕਰੜੀ ਮਿਹਨਤ ਘਾਲ ਕਮਾਈ ਕੀਤੀ। ਕਹਿਣ ਲੱਗੇ ਸੋ ਮੰਨਣਾ, ਉਹ ਮੰਨਣ ਯੋਗ ਹੋ ਗਿਆ। ਤੇ ਦ੍ਰਿਸ਼ਟਾਂਤ ਦਿੱਤਾ ਹੈ, ਆਖਦੇ ਨੇ ਵੀ ਜਿਵੇਂ ਇੱਕ ਜਿਵਾਂ ਦਾ ਬੂਟਾ ਹੈ ਤੇ ਦੂਜੇ ਪਾਸੇ ਛਾਲੀ ਦਾ ਅਰਥ ਹੈ ਮੁੰਜੀ ਜਾਂ ਝੋਨਾ ਜਾਂ ਚੌਲਾਂ ਦੀ ਫਸਲ ਕਹਿ ਦਿੱਤਾ ਜਾਂਦਾ ਹੈ। ਇਹਨਾਂ ਦੋਹਾਂ ਦੇ ਵਿੱਚ ਜਦੋਂ ਇਹਨਾਂ ਨੂੰ ਵੇਖਦੇ ਹਾਂ ਤੇ ਆਖਦੇ ਨੇ ਵੀ ਜਿਹੜੀ ਮੁੰਜੀ ਹੈ, ਝੋਨਾ ਹੈ, ਇਹ ਵਧੇਰੇ ਪਾਣੀ ਦੇ ਵਿੱਚ ਪਲਦੀ ਹੈ ਤੇ ਜਿਹੜਾ ਜਵਾਂ ਹੈ ਇਹ ਤਕਰੀਬਨ ਸੁੱਕੇ ਇਲਾਕਿਆਂ ਦੇ ਵਿੱਚ ਤਪਸ਼ ਵਾਲੇ ਮੌਸਮ ਸਮੇਂ ਦੇ ਅੰਦਰ ਇਹ ਉੱਗਦਾ ਹੈ। ਤੇ ਜਿਸ ਵੇਲੇ ਵਰਖਾ ਹੁੰਦੀ ਹੈ ਤੇ ਜਵਾਂ ਦਾ ਬੂਟਾ ਖਤਮ ਹੋ ਜਾਂਦਾ ਹੈ। ਇਹ ਪਾਣੀ ਦੀ ਤਾਪ ਨੂੰ ਨਹੀਂ ਝੱਲ ਸਕਦਾ, ਪਾਣੀ ਦੀ ਤਾਪ ਇਸ ਨੇ ਨਹੀਂ ਝੱਲੀ ਤੇ ਖਤਮ ਹੋ ਗਿਆ। ਦੂਜੇ ਪਾਸੇ ਪਾਣੀ ਦੇ ਤਾਪ ਨੂੰ, ਵਹਾਅ ਨੂੰ ਝੱਲਦਿਆਂ ਹੋਇਆਂ ਮੁੰਜੀ ਜਿਹੜੀ ਹੈ, ਝੋਨਾ ਜਿਹੜਾ ਹੈ, ਉਹ ਬੜਾ ਪ੍ਰਫੁੱਲਤ ਹੁੰਦਾ ਹੈ, ਬੂਟੇ ਪ੍ਰਫੁੱਲਤ ਹੁੰਦੇ ਨੇ, ਉਹ ਉਹਨਾਂ ਵਿੱਚ ਜੀਵਨ ਹੁੰਦਾ ਹੈ। ਕਹਿਣ ਲੱਗੇ ਵੀ ਇਹਦੇ ਵਿੱਚੋਂ ਤੁਸੀਂ ਕਿਸ ਨੂੰ ਜ਼ਿਆਦਾ ਸ੍ਰੇਸ਼ਟ ਆਖੋਗੇ? ਸਾਲ ਦਾ ਇੱਥੇ ਅਰਥ ਹੈ ਸਾਰ, ਸਾਰ ਦਾ ਅਰਥ ਹੈ ਸ੍ਰੇਸ਼ਟ, ਕੋ ਦਾ ਅਰਥ ਹੈ ਕਿਸ ਨੂੰ, ਕਿਹੜੇ ਨੂੰ। ਤੋ ਕਿਸ ਨੂੰ ਸ੍ਰੇਸ਼ਟ ਆਖਾਂਗੇ? ਆਖਦੇ ਨੇ ਵੀ ਜਿਸ ਨੇ ਪਾਣੀ ਦਾ ਵਹਾਅ ਤੇਜ਼ ਝੱਲਿਆ ਉਹਨੂੰ ਸ੍ਰੇਸ਼ਟ ਆਖਾਂਗੇ, ਕਿ ਜਾਂ ਪਾਣੀ ਦਾ ਵਹਾਅ ਨਾ ਝੱਲਣ ਦੇ ਕਾਰਨ ਕਰਕੇ ਜਿਹੜਾ ਖਤਮ ਹੋ ਗਿਆ ਉਹਨੂੰ ਆਖਾਂਗੇ। ਇਹਦਾ ਭਾਵ ਅਰਥ ਸੁਣ ਲਈਏ। ਹੁਕਮ ਮੰਨਣ ਦੀ ਕਰੜੀ ਮਿਹਨਤ ਘਾਲ ਕਮਾਈ ਦੀ ਤਾਬ ਜਿਸ ਨੇ ਝੱਲ ਲਈ ਹੈ ਉਹ ਪ੍ਰਵਾਨ ਹੁੰਦਾ ਹੈ, ਤੇ ਜਿਹੜਾ ਇਹ ਹੁਕਮ ਮੰਨਣ ਦੀ ਘਾਲ ਨੂੰ, ਹੁਕਮ ਮੰਨਣ ਦੀ ਇਸ ਮਿਹਨਤ ਨੂੰ, ਇਸ ਵਹਾਅ ਨੂੰ ਨਹੀਂ ਝੱਲ ਸਕਿਆ ਤੇ ਉਹ ਨਹੀਂ ਪ੍ਰਵਾਨ ਹੁੰਦਾ। ਜੇ ਇਹ ਪ੍ਰਵਾਨ ਹੋਇਆ ਤੇ ਉਹ ਗੁਰੂ ਅੰਗਦ ਸਾਹਿਬ ਪ੍ਰਵਾਨ ਹੋਏ ਨੇ। ਤੇ ਆਖਦੇ ਨੇ ਵੀ ਇਹਦੇ ਵਿੱਚੋਂ ਆਖਾਂਗੇ ਜਿਹਨੇ ਗੁਰੂ ਕੀ ਮੱਤ ਨੂੰ, ਗੁਰੂ ਕੇ ਸ਼ਬਦ ਨੂੰ, ਗੁਰੂ ਕੀ ਪਵਿੱਤਰ ਬਾਣੀ ਦੀ ਵਿਚਾਰ, ਜਿਹਦੇ ਰਾਹੀਂ ਵਹਿਮ ਭਰਮ ਪਖੰਡ ਆਦਿਕ ਝੜ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਉਹਨਾਂ ਦੀ ਵਹਾਅ ਨੂੰ, ਤੇਜ਼ ਚਾਹ ਨੂੰ, ਸ਼ਬਦ ਦੀ ਝਾਲ ਨੂੰ ਝੱਲਦਿਆਂ ਹੋਇਆਂ ਜਿਹੜੇ ਪ੍ਰਵਾਨ ਹੋਏ ਨੇ, ਆਖਦੇ ਨੇ ਵੀ ਉਹ ਸਭ ਤੋਂ ਸ੍ਰੇਸ਼ਟ ਨੇ। ਤੇ ਉਸ ਸ੍ਰੇਸ਼ਟਤਾ ਵਿੱਚ ਅੱਜ ਕੌਣ ਸ੍ਰੇਸ਼ਟ ਹੈ? ਗੁਰੂ ਅੰਗਦ ਸਾਹਿਬ। ਜਿਨ ਕੀਤੀ ਸੋ ਮੰਨਣਾ, ਕੋ ਸਾਲ ਜਿਵਾਹੀ ਸਾਲੀ। ਫਿਰ ਕਹਿਣ ਲੱਗੇ ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਇਸ ਗੱਲ ਨੂੰ ਬੜੇ ਧਿਆਨਪੂਰਵਕ ਸਮਝਣਾ ਹੈ। ਅਸੀਂ ਅਕਸਰ ਹੀ ਇਸ ਤਰ੍ਹਾਂ ਦੀ ਗੱਲ ਸੁਣਦੇ ਹਾਂ, ਜਾਂ ਬਹੁਤੇ ਜਿਹੜੇ ਨੇ ਉਹ ਬਾਣੀ ਦੀਆਂ ਅੱਧੀਆਂ ਤੇ ਅਧੂਰੀਆਂ ਪੰਕਤੀਆਂ ਨੂੰ ਆਪਣੇ ਮਤਲਬ ਵਾਸਤੇ ਤੇ ਆਪਣੀ ਵਿਚਾਰ ਨੂੰ ਅੱਗੇ ਰੱਖਣ ਵਾਸਤੇ ਵਰਤਦੇ ਨੇ। ਇੱਕ ਵਿਅਕਤੀ ਆਖਦਾ ਹੈ ਬਾਣੀ ਵਿੱਚ ਲਿਖਿਆ ਵੀ ਧਰਮਰਾਜ ਦੇਵਤਾ ਹੈ, ਪੰਕਤੀ ਤੁਹਾਡੇ ਸਾਹਮਣੇ ਹੈ, ਧਰਮ ਰਾਏ ਹੈ ਦੇਵਤਾ। ਉਹਨੇ ਆਖਿਆ ਵੀ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਹੈ ਵੀ ਧਰਮ ਰਾਏ ਵੀ ਕੋਈ ਦੇਵਤਾ ਹੈ। ਪਰ ਖਿਆਲ ਕਰਨਾ, ਇਹ ਅੱਧੀ ਤੇ ਅਧੂਰੀ ਪੰਕਤੀ ਤੇ ਅੱਧੀ ਸਮਝ ਲੈ ਕਰਕੇ ਜਿਹੜਾ ਵਿਅਕਤੀ ਤੁਰਦਾ ਉਹਦੇ ਪੱਲੇ ਕੁਝ ਨਹੀਂ ਪੈਂਦਾ। ਇਹਦਾ ਮੈਂ ਛੋਟਾ ਜਿਹਾ ਦ੍ਰਿਸ਼ਟਾਂਤ ਪਹਿਲਾਂ ਦੇ ਦਿਆਂ। ਇੱਕ ਪ੍ਰਚਲਿਤ ਸਾਖੀ ਜਿਹੜੀ ਹੈ ਗੁਰੂ ਸਾਹਿਬਾਨ ਦੇ ਜੀਵਨ ਦੇ ਨਾਲ ਆਖੀ ਜਾਂਦੀ। ਕਹਿਣ ਲੱਗੇ ਵੀ ਦੋ ਵਿਅਕਤੀਆਂ ਦਾ ਝਗੜਾ ਗੁਰੂ ਕੇ ਦਰਬਾਰ ਵਿੱਚ ਆਇਆ, ਜਿਸ ਵਿੱਚ ਇੱਕ ਵਿਅਕਤੀ ਦੂਜੇ ਵਿਅਕਤੀ ਬਾਰੇ ਸ਼ਿਕਾਇਤ ਕਰਦਾ ਵੀ ਗੁਰੂ ਸਾਹਿਬ ਜੀ, ਇਹਨੇ ਮੇਰੇ ਤੋਂ
कुछ रुपये पैसे उधार लए सन पर यह हुण मोड़दा नहीं है ते मुकर गया। गुरु साहब ने पूछा भी ऐसा तू क्यों कीता, मुकरिया क्यों है? तो अगों आखदा भी तुहाडी बाणी विच लिखिया केते लै लै मुकर पाही। ते सतगुरु ने कोल बिठा करके समझाया भी असल विच ये बाणी दी पंक्ति इस वास्ते नहीं है भी इहो जी पंक्ति नूं अपने आधार हित पढ़ करके वेख। गुरु साहब ने उन्होंने नाल दी पंक्ति दिती भी पर करन भी ते वेख। जेड़े ऐसा करन वाले ने कहन लगे केते मूर्ख खाही खाही, वो को रब दे प्यारे नहीं, वो को गुरसिख नहीं, चंगे जीवन वाले नहीं, सगों कौन ने? मूर्ख आदिक ने। तो इत्थे इस गल नूं ध्यान विच करना भी बाणी दीआं पंक्तियां दा आधार प्रकरण ते जो विचार चलदी हुंदी है असीं उस प्रकरण नूं ते उस विषय नूं समझना हुंदा है। ज़्यादातर असीं की कर रहे हैं भी बाणी दी पंक्ति विच केंद्री भाव नूं छड्ड करके असीं दूजियां पंक्तियां जिहड़ियां सिर्फ दृष्टांत तौर ते उदाहरण तौर ते दित्तियां ने उस नूं विशा समझ लैंदे आ। इत्थे ये विशा नहीं है भी धर्मराज कौन है, इत्थे ये कोई विशा नहीं है। इत्थे इन्नी गल समझाई गई है। भाई बलवंड जी आखदे ने भी गुरु नानक साहब महाराज की मेहर सदका जदों प्रवानगी गुरु अंगद साहब महाराज की भी उस दे दर ते हुई है, कह लगे इवें दी प्रवानगी हुई है भी मानो वो धर्म दा राजा बन गया। क्योंकि असी पहलियां पौड़ियां विच पढ़ करके आए हाँ, नानक राज चलाया सच कोट सताणी नीम दै। नानक ने भाव गुरु नानक साहब ने जिहड़ा राज चलाया वो राज किहड़ा है? धर्म दा राज है। ते राय दा अर्थ है राजा। हुण इत्थे धर्म दा राजा बन गया है ते देवता दा अर्थ है दैविक गुणा वाला, शुभ गुणा वाला। इत्थे उस तत्व विच आख्या भी गुरु अंगद साहब धर्म दा राजा बन करके दैविक गुणा वाले बन करके ते आखदे ने भी साडी गवाही ते साडे अंदर इन्ना आनंद ते इन्नी खुशी ते इन्नी मेहर पे भरदे ने कि लै गल्लां करे दलाली। जिहड़ा भी उन्हां दी शरण विच आउंदा है उहदी गल लै करके उहदी बेनती सुन करके ते करे दलाली। अकाल पुरख परमात्मा दे घर विच दलाली करदे ने। इत्थे ख्याल करना, दलाली अखर तो मैं आप जी नूं चेता कराउणा चाहुंदा, जेड़ा ते कोई व्यक्ति रिश्ते आदिक पिया करवाउंदा ते उहनूं विचोला आखिया जांदा है। जेड़ा रिश्ते कराउंदा उहनूं विचोला आखिया जांदा है। उहदे विच जिहड़ी विचोलगी करदा उहनूं विचोला आखिया जांदा है। ते जिहड़े वणज वपार आदिक खरीदण ते वेचण दे विच विचोलपुणा करदे ने उहनां नूं दलाल आखिया जांदा है। चेता कर लेना, इत्थे गुरु नानक साहब महाराज की जिहड़ी गल सांझी असीं पहली पंक्ति विच पिछलियां पंक्तियां विच कीती है भी नानक राज चलाया सच कोट सताणी नीम दै। उहदे अनुसार गुरु अंगद साहब धर्म दा राज देवता रूप है। ते इत्थे लै गल्लां करे दलाली, क्योंकि असीं ये भी पंक्ति पढ़ी सी भी गुरु अंगद साहब गुरु नानक साहब महाराज की मल तख्त बैठा गुर हट्टी है, गुरु की हट्टी ते बैठा है। ते कहन लगे हट्टी ते बैठे सौदा वपार आदि कीता जांदा है ते वो धर्म की हट्टी ते बैठ करके साडे जीवां दियां अरजोइयां बेनतियां सुन करके साडे आत्मिक जीवन की पूंजी जिहड़ी है ਉਹਨੂੰ ਸੁਰਖਰੂ ਕਰਕੇ ਤੇ ਮਾਲਕ ਪ੍ਰਭੂ ਪਰਮਾਤਮਾ ਦੇ ਘਰ ਵਿੱਚ ਪ੍ਰਵਾਨਗੀ ਦਿਵਾਉਣ ਵਾਲਾ ਇੱਥੇ ਦਲਾਲ ਰੂਪ ਗੁਰੂ ਅੰਗਦ ਸਾਹਿਬ ਮਹਾਰਾਜ ਹੈ, ਜਿਹੜਾ ਸੱਚਮੁੱਚ ਇਹ ਦਲਾਲੀ ਕਰਦਾ ਹੈ, ਜਿਹੜੀ ਸੱਚ ਖਰਾ ਸੌਦਾ ਪਿਆ ਵੇਚਦਾ ਹੈ। ਆਖਦੇ ਨੇ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ। ਉਹ ਮਾਲਕ ਪ੍ਰਭੂ ਪਰਮਾਤਮਾ ਨਾਲ ਜੋੜਨ ਵਾਲਾ, परमात्मा दे नाल साडी सांझ पाउण वाला ते साडे आत्मिक जीवन दा वणज वपार। क्योंकि बाणी विच गुरु साहब गुरु नानक साहब महाराज आप आखदे ने कि वणज करो वणजारे को वखर लेहो समाल तैसी वस्त विसाहीए जैसी निभै नाल। दलाल की करदा भी जदों कोई वस्तु वेचनी है जां जिसने खरीदनी है ते ओहदे गुण उस नूं दसदा है, ਉਹਦੇ ਗੁਣਾਂ ਦੀ ਗੱਲ ਕਰਦਾ, ਉਹਦੀ ਕੀਮਤ ਦੀ ਗੱਲ ਕਰਦਾ, ਉਹਦੇ ਚੰਗੇ ਗੁਣਾਂ ਦੀ ਗੱਲ ਸਾਂਝੀ ਕੀਤੀ ਜਾਂਦੀ ਹੈ। ਇੱਥੇ ਜਦੋਂ ਧਰਮ ਰਾਏ ਹੈ ਦੇਵਤਾ ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਦੀ
धर्म की हट्टी ते जदों बैठे ने ते लोकां दीयां अरजोइयां संगत दीयां बेनतियां सुनते ने ते उन्हां नूं दलाली करके इंज दसदे ने भी असल अंदर वणज करो वणजारे हो वखर लिओ संभाल तैसी वस्त विसाही है जैसी निभै नाल। ਉਹ सौदा अपने जीवन विच खरीदो जिहड़ा तुहाडे नाल निभ सकदा होवे। कहन लगे ऐसा क्यों है? ऐसा इस कारण करके है भी अग्गै शाह सुजान है लैसी वस्त संभाल। ਉਹ मालिक प्रभु परमात्मा सुजान है, ਉਹ ਤੁਹਾਡੀ ਵਸਤੂ ਸੰਭਾਲਣ ਵਾਲਾ ਹੈ, ਪਰਖਣ ਵਾਲਾ ਹੈ ਤੇ ਉਹਦੇ ਘਰ ਵਿੱਚ ਖੋਟਿਆਂ ਨੂੰ ਪ੍ਰਵਾਨਗੀ ਨਹੀਂ ਮਿਲਦੀ। ਮੈਂ ਇੱਕ ਬੇਨਤੀ ਹੋਰ ਸਾਂਝੀ ਕਰਦਾ ਇੱਥੇ ਰੁਕ ਕਰਕੇ। ਸਾਡਾ ਸੁਭਾਅ ਜਿਹੜਾ ਕੁਝ ਇਸ ਤਰ੍ਹਾਂ ਦਾ ਬਣਿਆ ਹੈ, ਅਸੀਂ ਕੀ ਕਰ ਰਹੇ ਹਾਂ ਵੀ ਜਿੱਥੇ ਕਿਤੇ ਸਾਨੂੰ ਕਿਤੇ ਆਪਣੇ ਵਣਜ ਵਪਾਰ ਵਿੱਚ ਕਿਤੇ ਕੋਈ ਪਾਟਾ ਹੋਇਆ ਨੋਟ ਮਿਲ ਜਾਵੇ, ਮਾਨੋ ਦੀ ਕੰਨੀ ਭੁਰ ਗਈ ਹੈ ਜਾਂ ਹੋਰ ਉਹ ਬਹੁਤਾ ਮੈਲਾ ਕੁਚੈਲਾ ਹੋ ਗਿਆ ਹੈ, ਤੇ ਅਕਸਰ ਇਹ ਵੇਖਿਆ ਜਾਂਦਾ ਹੈ ਵੀ ਉਹ ਕਿਤੇ ਹੋਰ ਤੇ ਨਾ ਚੱਲੇ ਤੇ ਅਸੀਂ ਕੀ ਕਰਦੇ ਹਾਂ, ਗੋਲਕ ਵਿੱਚ ਪਾ ਜਾਂਦੇ ਹਾਂ ਵੀ ਇੱਥੇ ਤੇ ਚੱਲ ਹੀ ਜਾਣਾ, ਇੱਥੇ ਕਿਸੇ ਨੇ ਕੀ ਆਖਣਾ। ਪਰ ਮੈਂ ਇੱਥੇ ਬੇਨਤੀ ਕਰਨੀ ਚਾਹਾਂਗਾ ਵੀ ਅਸਲ ਵਿੱਚ ਇੱਥੇ ਹੋ ਸਕਦਾ ਵੀ ਪਾਟਾ ਨੋਟ ਤੇ ਭਾਵੇਂ ਗੋਲਕ ਵਿੱਚ ਤੂੰ ਰੱਖ ਦਿੱਤਾ ਤੇ ਭਾਵੇਂ ਪ੍ਰਵਾਨ ਹੋ ਜਾਵੇ, ਪਰ ਇੱਥੇ ਅੰਦਰੋਂ ਮੈਲਾ ਕੁਚੈਲਾ ਹਿਰਦਾ ਤੇ ਤੇਰਾ ਪਾਟਿਆ ਹੋਇਆ ਹਿਰਦਾ ਦੁਫਾੜ ਦੁਚਿੱਤੀ ਦੁਬਿਧਾ ਵਾਲਾ ਇੱਥੇ ਪ੍ਰਵਾਨ ਨਹੀਂ ਹੋਣ ਵਾਲਾ। ਕਾਰਨ ਇਹ ਹੈ ਵੀ ਅੱਗੇ ਸ਼ਾਹ ਸੁਜਾਨ ਹੈ। ਇੱਥੇ ਤੇ ਪਾਟਾ ਨੋਟ ਪ੍ਰਵਾਨ ਹੋ ਗਿਆ, ਪਰ ਗੋਲਕ ਤੋਂ ਅੱਗੇ ਤੇ ਵੇਖ ਅੱਗੇ ਸ਼ਾਹ ਸੁਜਾਨ ਹੈ। ਜੇ ਕੋਈ ਨਹੀਂ ਵੇਖਦਾ ਤੇ ਉਹ ਤੇ ਵੇਖਦਾ ਹੀ ਪਿਆ। ਤੇ ਮੈਂ ਇੱਥੇ ਬੇਨਤੀ ਸਾਂਝੀ ਕਰਦਿਆਂ ਗੁਰੂ ਅੰਗਦ ਸਾਹਿਬ ਮਹਾਰਾਜ ਸਾਡੇ ਆਤਮਿਕ ਜੀਵਨ ਦਾ ਵਣਜ ਵਪਾਰ ਉਹ ਮਾਲਕ ਪ੍ਰਭੂ ਪਰਮਾਤਮਾ ਦੇ ਘਰ ਵਿੱਚ ਪ੍ਰਵਾਨਗੀ ਹੋਵੇ ਤੇ ਉਹ ਸਾਡੀਆਂ ਅਰਦਾਸਾਂ ਤੇ ਬੇਨਤੀਆਂ ਸੁਣ ਕਰਕੇ ਇਹ ਦਲਾਲੀ ਪੈ ਕਰਦੇ ਨੇ। ਫਿਰ ਕਹਿਣ ਲੱਗੇ ਕੇਵਲ ਕੱਲਾ ਦਲਾਲੀ ਨਹੀਂ ਕਰਦੇ, ਸਗੋਂ ਉਹ ਦਲਾਲੀ ਦੇ ਵਿੱਚ ਇਸ ਤਰ੍ਹਾਂ ਦਾ ਬਚਨ ਆਖਦੇ ਨੇ ਸਤਿਗੁਰ ਆਖੈ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ। ਕਹਿਣ ਲੱਗੇ ਉਹ ਦਲਾਲ ਕੇਵਲ ਦੁਨਿਆਵੀ ਤੌਰ ਤੇ ਕੱਲਾ ਗੱਲਾਂ ਕਰਨ ਵਾਲਾ ਨਹੀਂ ਹੈ, ਸਗੋਂ ਸਤਿਗੁਰ ਆਖੈ ਗੁਰੂ ਜੋ ਆਖ ਦਿੰਦਾ ਹੈ ਸੱਚਾ ਕਰੇ ਤੇ ਸੱਚਾ ਉਹੀ ਕਰਦਾ। ਮਾਲਕ ਦੇ ਘਰ ਵਿੱਚ ਉਸ ਦਾ ਸਤਿਗੁਰੂ ਦਾ ਆਖਿਆ ਬਚਨ ਪ੍ਰਵਾਨ ਪੈਂਦਾ ਹੈ, ਗੁਰੂ ਅੰਗਦ ਸਾਹਿਬ ਦਾ ਆਖਿਆ ਹੋਇਆ ਬਚਨ ਪ੍ਰਵਾਨ ਪੈਂਦਾ ਹੈ। ਤੇ ਇਸ ਬਚਨ ਦੀ ਪ੍ਰਵਾਨਗੀ ਵਾਸਤੇ ਕਿੰਨਾ ਕੁ ਸਮਾਂ ਲੱਗਦਾ ਹੈ? ਆਖਦੇ ਨੇ ਸਾ ਬਾਤ ਹੋਵੇ ਦਰਹਾਲੀ। ਦਰਹਾਲੀ ਦਾ ਅਰਥ ਹੈ ਉਸੇ ਵੇਲੇ ਪ੍ਰਵਾਨ ਹੋ ਜਾਂਦੀ ਹੈ। ਉਹਨੂੰ ਅਕਾਲ ਪੁਰਖ ਕੋਈ ਲਮਕਾ ਕਰਕੇ ਨਹੀਂ ਰੱਖਦਾ, ਉਹਨੂੰ ਪੈਂਡਿੰਗ ਨਹੀਂ ਪਾਉਂਦਾ, ਸਗੋਂ ਉਸੇ ਵੇਲੇ ਗੁਰੂ ਦਾ ਆਖਿਆ ਹੋਇਆ ਬਚਨ ਜਿਹੜਾ ਹੈ, ਗੁਰੂ ਦੀ ਕੀਤੀ ਹੋਈ ਅਰਦੋਈ, ਗੁਰੂ ਦਾ ਕੀਤਾ ਹੋਇਆ ਦਲਾਲਪੁਣਾ ਮਾਲਕ ਦੇ ਘਰ ਵਿੱਚ ਉਸੇ ਤਰ੍ਹਾਂ ਸੱਚ ਹੋ ਨਿਬੜਦਾ ਹੈ। ਔਰ ਇਹ ਸੱਚ ਜੇਕਰ ਵੇਖਣਾ ਚਾਹੀਏ ਤੇ ਕਹਿਣ ਲੱਗੇ ਵੀ ਜਿਸ ਵੇਲੇ ਸਾਰੇ ਦਾ ਸਾਰਾ ਘੁੰਗਣੀਆਂ ਦਾ ਛਾਬਾ ਕਿਸੇ ਸਾਧੂ ਨੂੰ ਖਵਾ ਕਰਕੇ ਤੇ ਪੈਸਿਆਂ ਤੋਂ ਖਾਲੀ ਭਾਈ ਜੇਠਾ ਵਾਪਸ ਆਪਣੇ ਘਰ ਨਾਨੀ ਮਾਤਾ ਕੋਲ ਆਇਆ ਤੇ ਨਾਨੀ ਮਾਂ ਨੇ ਇੱਕ ਗੱਲ ਆਖੀ ਸੀ, ਕਹਿਣ ਲੱਗੀ हे ਅਕਾਲ ਪੁਰਖ ਵਾਹਿਗੁਰੂ ਦਇਆ ਕਰ ਮਿਹਰ ਕਰ, ਜਿਸ ਬੱਚੇ ਨੂੰ ਇੰਨਾ ਖੁੱਲਾ ਦਿਲ ਦਿੱਤਾ ਵੀ ਉਹ ਸਾਰਾ ਛਾਬਾ ਆਪਣਾ ਵੰਡ ਆਇਆ ਤੇ ਕੋਈ ਪੈਸਾ ਘਰ ਨਹੀਂ ਲੈ ਕਰਕੇ ਆਇਆ, ਇਹ ਮਾਲਕ ਤੇਰੇ ਅੱਗੇ ਰਜੋਈ ਹੈ, ਤੇਰੇ ਅੱਗੇ ਬੇਨਤੀ ਹੈ, ਜਿਸ ਨੂੰ ਐਡਾ ਵੱਡਾ ਦਿਲ ਦਿੱਤਾ ਹੈ ਤੇ ਉਸ ਨੂੰ ਤੂੰ ਖੁੱਲੇ ਭੰਡਾਰੇ ਵੀ ਤੇ ਵਰਤਣ ਵਾਸਤੇ ਦੇ। ਔਰ ਸੱਚ ਐਸਾ ਹੋਇਆ ਵੀ ਨਾਨੀ ਮਾਂ ਦੀ ਅਰਦਾਸ ਜਦੋਂ ਸੁਣੀ ਗਈ ਹੈ ਤੇ ਬੇਅੰਤ ਭੰਡਾਰਿਆਂ ਦਾ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਨੂੰ ਬਣਾ ਦਿੱਤਾ ਗਿਆ ਹੈ। ਇੱਥੇ ਕਹਿਣ ਲੱਗੇ ਸਾ ਬਾਤ ਹੋਵੇ ਦਰਹਾਲੀ, ਗੁਰੂ ਦੇ ਆਖਿਆ ਹੋਇਆ ਬੋਲ ਮਾਲਕ ਦੇ ਘਰ ਵਿੱਚ ਉਸੇ ਵੇਲੇ ਪ੍ਰਵਾਨ ਹੋ ਜਾਂਦਾ ਹੈ। ਤੇ ਉਸ ਪ੍ਰਵਾਨਗੀ ਨਾਲ ਆਖਦੇ ਨੇ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤੈ ਬੰਦ ਬਹਾਲੀ। ਹੁਣ ਆਖਦੇ ਨੇ ਵੀ ਸਤਿਗੁਰੂ ਦਾ ਆਖਿਆ ਹੋਇਆ ਬਚਨ ਤੇ ਪ੍ਰਮਾਤਮਾ ਸੁਣਨ ਲੱਗ ਪਿਆ, ਗੁਰੂ ਨਾਨਕ ਦਾ ਆਖਿਆ ਬਚਨ ਤੇ ਅਕਾਲ ਪੁਰਖ ਦੇ ਘਰ ਵਿੱਚ ਪ੍ਰਵਾਨ ਹੁੰਦਾ ਹੈ ਤੇ ਉਹਦੇ ਸਦਕਾ ਗੁਰ ਅੰਗਦ ਦੀ ਦੋਹੀ ਫਿਰੀ, ਗੁਰੂ ਅੰਗਦ ਦੀ ਧੁੰਮ, ਗੁਰੂ ਅੰਗਦ ਦੀ ਵਡਿਆਈ, ਗੁਰੂ ਅੰਗਦ ਦਾ ਸਤਿਕਾਰ ਹਰ ਪਾਸੇ ਹੋਣ ਲੱਗ ਪਿਆ। ਮਾਨੋ ਸੱਚ ਕਰਤੈ ਬੰਦ ਬਹਾਲੀ, ਸੱਚੇ ਕਰਤਾਰ ਨੇ ਪ੍ਰਮਾਤਮਾ ਨੇ ਉਸ ਦੇ ਮਾਣ ਸਤਿਕਾਰ ਵਡਿਆਈ ਦੀ ਇਸ ਇੱਜ਼ਤ ਨੂੰ ਬਹਾਲ ਕਰ ਦਿੱਤਾ ਹੈ। ਔਰ ਐਸਾ ਹੋਇਆ ਹੈ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ। ਕਹਿਣ ਲੱਗੇ ਇਹ ਗੁਰੂ ਅੰਗਦ ਨਾਨਕ ਦਾ ਹੀ ਰੂਪ ਹੈ, ਸਿਰਫ ਕਾਇਆ ਪਲਟ ਕਰਕੇ ਮਲ ਤਖਤ ਮਲ ਕਰਕੇ ਬੈਠਾ ਹੈ। ਸੈ ਡਾਲੀ, ਸੈ ਦਾ ਅਰਥ ਹੈ ਸੈਂਕੜੇ।
डाली दा अर्थ है शाखावां। जिवें किसी दरख्त दा मुੱਢ ते ਇੱਕ ਹੁੰਦਾ ਹੈ ਪਰ ਉਹਨੂੰ ਸ਼ਾਖਾਵਾਂ, ਉਹਨੂੰ ਪੱਤੇ, ਉਹਨੂੰ ਟਹਿਣੀਆਂ ਬੇਅੰਤ ਹੁੰਦੀਆਂ ਨੇ। ਇਵੇਂ ਆਖਦੇ ਨੇ ਵੀ ਸੈਂਕੜੇ ਸੇਵਕਾਂ ਵਾਲਾ ਗੁਰੂ ਨਾਨਕ ਸਾਹਿਬ ਮਹਾਰਾਜ ਉਹਦੀ ਮਿਹਰ ਕਿਰਪਾ ਦੇ ਸਦਕਾ ਅੱਜ ਗੁਰੂ ਅੰਗਦ ਸਾਹਿਬ ਵੀ ਉਸ ਤਖਤ ਉੱਤੇ ਬਿਰਾਜਮਾਨ ਹੋ ਗਿਆ। ਤੇ ਉਵੇਂ ਸਾਰੀ ਸੰਗਤ ਉਹਨਾਂ ਦੇ ਅੱਗੇ ਜਿਹੜੀ ਹੈ ਦਰ ਸੇਵੇ ਉਮਤ ਖੜੀ ਮਸਕ ਲੈ ਹੋਏ ਜੰਗਾਲੀ। ਕਹਿਣ ਲੱਗੇ ਹੁਣ ਉਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਗੁਰੂ ਅੰਗਦ ਸਾਹਿਬ ਦੇ ਦਰ ਉੱਤੇ ਖਲਕਤ ਕਾਇਨਾਤ, ਉਮਤ ਦਾ ਅਰਥ ਹੈ ਖਲਕਤ ਕਾਇਨਾਤ, ਖੜੀ ਦਾ ਅਰਥ ਹੈ ਸਾਵਧਾਨ ਹੋ ਕਰਕੇ ਪ੍ਰੇਮ ਨਾਲ ਸ਼ਰਧਾ ਭਾਵਨਾ ਦੇ ਨਾਲ ਉਸਤਤ ਕਰਦੀ ਹੈ। ਤੇ ਇਸ ਉਸਤਤ ਵਿੱਚੋਂ ਕੀ ਹੁੰਦਾ ਹੈ? ਮਸਕਲ ਹੈ ਹੋਏ ਜੰਗਾਲੀ। ਮਸਕਲ ਦਾ ਅਰਥ ਹੈ ਜਿਸ ਨਾਲ ਜੰਗਾਲੀ ਹੋਈ ਚੀਜ਼ ਤੋਂ ਜੰਗਾਲ ਉਤਾਰਿਆ ਜਾਂਦਾ ਹੈ, ਜਿਹਨੂੰ ਜ਼ਿਆਦਾਤਰ ਅਸੀਂ ਰੇਗਮਾਰ ਅੱਖਰ ਵੀ ਵਰਤ ਲੈਂਦੇ ਹਾਂ ਜਾਂ ਅੱਜ ਕੱਲ੍ਹ ਕਈ ਤਰ੍ਹਾਂ ਦੇ ਕੈਮੀਕਲ ਵਰਤੇ ਜਾਂਦੇ ਨੇ ਜੰਗਾਲ ਲਾਉਣ ਵਾਸਤੇ। ਇੱਥੇ ਭਾਈ ਬਲਵੰਡ ਜੀ ਆਖਦੇ ਨੇ ਵੀ ਮਾਲਕ ਪ੍ਰਭੂ ਦੀ ਉਸਤਤ ਕਰਦਿਆਂ ਇੰਜ ਹੈ ਵੀ ਮਸਕਲ ਹੈ ਹੋਏ ਜੰਗਾਲੀ, ਜਿਹੜਾ ਸ਼ਰਨ ਵਿੱਚ ਆਉਂਦਾ ਹੈ ਆਪਣੇ ਜੀਵਨ ਤੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਜੰਗਾਲ ਉਤਾਰਦਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਜੀਵਨ ਜਾਚ ਆਪਣੀ ਪਵਿੱਤਰ ਬਾਣੀ ਵਿੱਚ ਇਸਲਾਮ ਨੂੰ, ਮੁਸਲਮਾਨਾਂ ਨੂੰ ਲੈ ਕਰਕੇ ਲਿਖਿਆ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਬੜਾ ਪਿਆਰਾ ਲਫ਼ਜ਼ ਲਿਖਿਆ। ਕਹਿਣ ਲੱਗੇ ਵੀ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ। ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਅਵਲ ਔਲ ਦੀਨ ਕਰ ਮਿੱਠਾ। ਸਭ ਤੋਂ ਪਹਿਲਾਂ ਇਹ ਮੁਸਲਮਾਨ, ਜੇ ਤੂੰ ਸੱਚਾ ਮੁਸਲਮਾਨ ਬਣਨਾ ਚਾਹੁੰਦਾ ਤੇ ਆਪਣੇ ਧਰਮ ਨੂੰ, ਆਪਣੇ ਮਜ਼ਹਬ ਨੂੰ ਮਿੱਠਾ ਕਰਕੇ ਜਾਣ। ਇਹਦੇ ਵਿੱਚ ਕੋਈ ਖੋਟ, ਕੋਈ ਕਮੀ ਨਾ ਲੱਭਦਾ ਫਿਰ, ਨਾ ਲੋਕਾਂ ਨੂੰ ਭੰਡ ਕਰ ਕਰਕੇ ਭੰਡਦਾ ਫਿਰ, ਸਗੋਂ ਤੈਨੂੰ ਤੇਰੇ ਮਜ਼ਹਬ ਨਾਲ, ਤੈਨੂੰ ਤੇਰੇ ਧਰਮ ਨਾਲ ਪਿਆਰ ਹੋਣਾ ਚਾਹੀਦਾ, ਤੇਰਾ ਅਕੀਦਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ। ਤੇ ਉਹਦੇ ਤੇ ਉਹਨਾਂ ਨੇ ਨਾਲ ਜ਼ਿਕਰ ਕੀਤਾ ਮਸਕਲ ਮਾਨਾ ਮਾਲ ਮੁਸਾਵੈ। ਕਹਿਣ ਲੱਗੇ ਤੂੰ ਭਾਵੇਂ ਇਮਾਨਦਾਰੀ ਦੀ ਕਮਾਈ ਆਦਿ ਕਰਕੇ ਬੇਅੰਤ ਢੇਰ ਧਨ ਦੌਲਤ ਇਕੱਠਾ ਕਰ ਲੈ, ਪਰ ਖਿਆਲ ਕਰੀ ਹੋ ਸਕਦਾ ਵੀ ਬੇਅੰਤ ਧਨ ਦੌਲਤ ਇਕੱਠਾ ਕਰਨ ਦੇ ਨਾਲ ਤੇਰੇ ਮਨ, ਹਿਰਦੇ, ਤੇਰੀ ਸੋਚ ਉੱਤੇ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ, ਦਵੈਤ ਦਾ, ਈਰਖਾ ਦਾ ਜੰਗਾਲ ਲੱਗ ਜਾਵੇ। ਉਸ ਜੰਗਾਲ ਨੂੰ ਉਤਾਰਨ ਵਾਸਤੇ ਤੈਨੂੰ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਲੋੜਵੰਦਾਂ ਦੀ ਸਹਾਇਤਾ ਕਰਨੀ, ਦਸਵੰਧ ਕੱਢਣਾ, ਇਹ ਐਵੇਂ ਹੋਏਗਾ ਵੀ ਜਿਵੇਂ ਕਿਸੇ ਜੰਗਾਲੀ ਹੋਈ ਚੀਜ਼ ਉਤੋਂ ਜੰਗਾਲ ਉਤਾਰਿਆ ਜਾਂਦਾ ਹੈ। ਆਪਣੇ ਜੀਵਨ ਵਿੱਚ ਵੀ ਇਸ ਗੱਲ ਨੂੰ ਧਾਰਨ ਕਰੀਏ। ਇੱਥੇ ਭਾਈ ਬਲਵੰਡ ਜੀ ਨੇ ਲਿਖਿਆ ਵੀ ਮਾਲਕ ਦੀ ਉਸਤਤ ਕਰਦਿਆਂ ਹੋਇਆਂ ਗੁਰੂ ਅੰਗਦ ਸਾਹਿਬ ਦੇ ਦਰ ਉੱਤੇ ਜਿਹੜਾ ਵੀ ਉਸਤਤ ਕਰਨ ਆਉਂਦਾ ਹੈ, ਮਨ ਨੂੰ ਮਸਕਲ ਹੈ ਹੋਏ ਜੰਗਾਲੀ, ਉਹਦੀ ਉਸਤਤ ਵਿੱਚੋਂ, ਵਿਚਾਰ ਵਿੱਚੋਂ, ਆਪਣੇ ਜੀਵਨ ਦੇ ਵਿੱਚੋਂ ਵਿਕਾਰਾਂ ਆਦਿਕ ਦੀ ਜੰਗਾਲ ਨੂੰ ਉਤਾਰ ਦਿੰਦਾ ਹੈ, ਵਿਕਾਰ ਖਤਮ ਕਰ ਲੈਂਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵੀ ਸੁਖਮਣੀ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਸਾਨੂੰ ਇਸ ਤਰ੍ਹਾਂ ਇੱਕ ਮਿਹਰ ਕੀਤੀ ਹੈ ਤੇ ਜਿਹਦੇ ਵਿੱਚ ਆਖਦੇ ਨੇ ਵੀ ਜੇ ਮਾਲਕ ਪ੍ਰਭੂ ਦੇ ਗੁਣਾਂ ਨੂੰ ਤੂੰ ਗਾਉਣ ਲੱਗ ਪਵੇਂ ਤੇ ਤੇਰੇ ਜੀਵਨ ਵਿੱਚ ਇਹ ਮਿਹਰ ਪ੍ਰਾਪਤ ਹੋਵੇਗੀ ਤੈਨੂੰ ਕਿ ਤੇਰੇ ਜੀਵਨ ਵਿੱਚੋਂ ਮੈਲ ਖਤਮ ਹੋ ਜਾਵੇਗੀ। ਪਾਵਨ ਪੰਕਤੀ ਹੈ ਗੁਣ ਗਾਵਤ ਤੇਰੀ ਉਤਰਸ ਮੈਲ। ਜੇ ਰੱਬੀ ਗੁਣਾਂ ਨੂੰ ਗਾਵੇਂਗਾ, ਵਿਚਾਰ ਨੂੰ ਆਪਣੀ ਜੀਵਨ ਵਿੱਚ ਲੈ ਕਰਕੇ ਆਵੇਂਗਾ ਤੇ ਤੇਰੇ ਜੀਵਨ ਵਿੱਚੋਂ ਵਿਕਾਰਾਂ ਦੀ ਮੈਲ ਉਤਰ ਜਾਵੇਗੀ। ਇਸੇ ਤਰ੍ਹਾਂ ਆਖਣ ਲੱਗੇ ਦਰ ਦਰਵੇਸ਼ ਖਸਮਦੈ ਨਾਏ ਸੱਚੈ ਬਾਣੀ ਲਾਲੀ। ਹੁਣ ਮਾਲਕ ਪ੍ਰਭੂ ਦੇ ਦਰ ਤੇ ਦਰਵੇਸ਼ ਦਾ ਇੱਥੇ ਅਰਥ ਹੈ ਜੋ ਸੇਵਾ ਕਰਨ ਵਾਲਾ, ਰੱਬੀ ਪਿਆਰ ਵਿੱਚ ਭਿੱਜਿਆ ਹੋਇਆ ਹੈ, ਨਾਮ ਦੀ ਦਾਤ ਮੰਗਣ ਵਾਸਤੇ ਆਇਆ ਹੈ। ਆਖਦੇ ਨੇ ਦਰ ਦਰਵੇਸ਼ ਖਸਮਦੈ, ਖਸਮ ਦੇ ਦਰ ਉੱਤੇ, ਗੁਰੂ ਅੰਗਦ ਸਾਹਿਬ ਦੇ ਦਰ ਉੱਤੇ ਜੋ ਵੀ ਨਾਮ ਦੀ ਦਾਤ ਲੈਣ ਵਾਸਤੇ ਸਵਾਲੀਆ ਬਣ ਕੇ ਆਇਆ ਹੈ, ਆਖਦੇ ਨੇ ਨਾਏ ਸੱਚੈ ਬਾਣੀ ਲਾਲੀ। ਉਹਨੂੰ ਸੱਚੇ ਨਾਮ ਦੀ ਦਾਤ ਗੁਰੂ ਨੇ ਦੇ ਦਿੱਤੀ ਹੈ ਤੇ ਉਸ ਸੱਚੇ ਨਾਮ ਦੀ ਦਾਤ ਦੇ ਸਦਕਾ ਮਾਨੋ ਉਹਦੇ ਮੁਖ ਤੇ ਲਾਲੀ ਛਾਈ ਹੋਈ ਹੈ। ਨਾਏ ਸੱਚੈ ਬਾਣੀ ਲਾਲੀ, ਇੱਥੇ ਯਾਦ ਕਰਨਾ, ਧਿਆਨ ਕਰਨਾ, ਬਾਣੀ ਅੱਖਰ ਗੁਰੂ ਕੀ ਪਵਿੱਤਰ ਬਾਣੀ ਵਿੱਚ ਕਈ ਅਰਥਾਂ ਦੇ ਵਿੱਚ ਆਇਆ ਹੈ। ਜਦੋਂ ਅਸੀਂ ਪੜ੍ਹਦੇ ਹਾਂ ਸਵਸਤ ਆਥ ਬਾਣੀ ਬਰਮਾਓ, ਉੱਥੇ ਬਾਣੀ ਦਾ ਅਰਥ ਹੈ ਵਾਕ, ਬੋਲ ਜਾਂ ਸ਼ਬਦ।
ਜਦੋਂ ਅਸੀਂ ਪੜ੍ਹਦੇ ਹਾਂ ਕੇਤੀਆਂ ਕਹਾਣੀ ਕੇਤੀਆਂ ਬਾਣੀ, ਉਥੇ ਬਾਣੀ ਦਾ ਅਰਥ ਹੈ ਬਹੁਤ ਸਾਰੀਆਂ ਬੋਲੀਆਂ, ਇਹ ਵੱਖੋ ਵੱਖਰੇ ਅਰਥਾਂ ਵਿੱਚ ਹੈ। ਜਦੋਂ ਅਸੀਂ ਪੜ੍ਹਦੇ ਹਾਂ ਧੁਰ ਕੀ ਬਾਣੀ ਆਈ ਤਿਨ ਸਗਲੇ ਚਿੰਤ ਮਿਟਾਈ, ਉਥੇ ਬਾਣੀ ਦਾ ਅਰਥ ਹੈ ਉਪਦੇਸ਼। ਤੋ ਇਥੇ ਹਜ਼ੂਰ ਨੇ ਆਖਿਆ ਨਾਏ ਸੱਚੈ ਬਾਣੀ ਲਾਲੀ। ਭਾਈ ਬਲਵੰਡ ਜੀ ਆਖਦੇ ਨੇ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਿਹਰੇ ਉੱਤੇ ਵੀ ਬਾਣੀ ਦੀ ਮਾਨੋ ਲਾਲੀ ਚੜ੍ਹ ਪਈ ਹੈ, ਨਾਮ ਦੀ ਲਾਲੀ ਚੜ੍ਹ ਪਈ ਹੈ। ਜਿਸ ਲਾਲੀ ਨੂੰ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਵੀ ਉਹ ਸੁਰਖਰੂ ਹੋ ਜਾਂਦੇ ਨੇ, ਉਹਨਾਂ ਦੇ ਮੁਖ ਉਜਲੇ ਹੋ ਜਾਂਦੇ ਨੇ। ਫਿਰ ਅੱਗੇ ਜ਼ਿਕਰ ਕੀਤਾ ਹੈ ਬਲਵੰਡ ਖੀਵੀ ਨੇਕ ਜਾਨ ਜਿਸ ਬਹੁਤੀ ਛਾਉ ਪਤਰਾਲੀ। ਚੇਤਾ ਰੱਖਣਾ, ਆਪ ਜੀ ਬਾਣੀ ਪੜ੍ਹਨ ਵਾਲੇ ਬੈਠੇ ਹੋ, ਇਸ ਪੰਕਤੀ ਨੂੰ ਪੜ੍ਹਨ ਲੱਗਿਆਂ ਜ਼ਿਆਦਾਤਰ ਬਲਵੰਡ ਖੀਵੀ ਨੇਕ ਜਨ ਇਕੱਠਾ ਪੜ੍ਹ ਦਿੱਤਾ ਜਾਂਦਾ ਹੈ। ਯਾਦ ਰੱਖਣਾ ਬਲਵੰਡ ਇੱਥੇ ਬਾਣੀ ਦਾ ਜੋ ਉਚਾਰਨ ਕਰਤਾ ਹੈ ਉਹਦਾ ਨਾਮ ਹੈ ਭਾਈ ਸੱਤਾ ਤੇ ਭਾਈ ਬਲਵੰਡ ਜੀ ਦੀ ਵਾਰ ਹੈ। ਇਸ ਤੀਜੀ ਪੌੜੀ ਵਿੱਚ ਆਇਆ ਹੋਇਆ ਇਹ ਬਲਵੰਡ ਅੱਖਰ ਇਸ ਗੱਲ ਦਾ ਵੀ ਲਿਖਾਇਕ ਹੈ ਵੀ ਹੁਣ ਤੱਕ ਦੀਆਂ 3 ਪੌੜੀਆਂ ਭਾਈ ਬਲਵੰਡ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਇਸ ਤੋਂ ਅਗਲੀਆਂ 5 ਪੌੜੀਆਂ ਭਾਈ ਸੱਤਾ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਤੋ ਬਲਵੰਡ ਜਿਵੇਂ ਅਸੀਂ ਨਾਨਕ ਅੱਖਰ ਮੁਕਤਾ ਹੋਵੇ ਤੇ ਮੋਹਰ ਛਾਪ ਰੋਕ ਕਰਕੇ ਪਾਠ ਕਰਦੇ ਹਾਂ, ਇਵੇਂ ਇੱਥੇ ਬਲਵੰਡ ਖੀਵੀ ਨੇਕ ਸਨ। ਜੇ ਅਸੀਂ ਬਲਵੰਡ ਖੀਵੀ ਇਕੱਠਾ ਕਰਦੇ ਹਾਂ ਤੇ ਖੀਵੀ ਤੇ ਜਿਹੜਾ ਹੈ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸਪਤਨੀ ਮਹਿਲ ਦਾ ਨਾਮ ਹੈ, ਤੇ ਇੱਥੇ ਬਲਵੰਡ ਜਿਹੜਾ ਉਹ ਭਾਈ ਉਚਾਰਨ ਜਿਹੜੇ ਕਰਨ ਵਾਲੇ ਨੇ ਬਲਵੰਡ ਰਾਏ ਜੀ ਦਾ ਨਾਮ ਹੈ। ਤੋ ਇੱਥੇ ਬਲਵੰਡ ਤੇ ਰੋਕ ਕਰਕੇ ਖੀਵੀ ਨੇਕ ਜਨ, ਇੱਥੇ ਵੀ ਥੋੜਾ ਧਿਆਨ ਦੇਣਾ ਹੈ। ਜਨ ਅੱਖਰ ਦਾ ਬਹੁਤਾਤ ਰੂਪ ਵਿੱਚ ਅਰਥ ਆਉਂਦਾ ਹੈ ਸੇਵਕ ਜਾਂ ਦਾਸ। ਜਦੋਂ ਅਸੀਂ ਪੰਕਤੀਆਂ ਪੜ੍ਹਦੇ ਹਾਂ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖੀ, ਉੱਥੇ ਜਨ ਦਾ ਅਰਥ ਸੇਵਕ ਹੈ। ਜਾਂ ਅਸੀਂ ਬਾਣੀ ਦੀ ਪੰਕਤੀ ਪੜ੍ਹਦੇ ਹਾਂ ਹਰ ਜਨ ਰਾਮ ਨਾਮ ਗੁਣ ਗਾਵੈ, ਉੱਥੇ ਜਨ ਦਾ ਅਰਥ ਵੀ ਸੇਵਕ ਹੈ। ਪਰ ਬਾਣੀ ਵਿੱਚ 2 ਥਾਂ ਦੇ ਉੱਤੇ ਇਹ ਅੱਖਰ ਜਦੋਂ ਇਸ ਢੰਗ ਦੇ ਨਾਲ ਅਰਥਾਂ ਵਿੱਚ ਆਇਆ ਜਿਹਦੇ ਅਰਥ ਨੇ ਇਸਤਰੀ, ਇਹ ਫਾਰਸੀ ਦਾ ਅੱਖਰ ਹੈ, ਮੂਲ ਫਾਰਸੀ ਦਾ ਹੈ, ਤੇ ਜਿਸ ਦੇ ਉਚਾਰਨ ਵਿੱਚ ਜ਼ਨ ਪੈਰ ਬਿੰਦੀ ਦਾ ਉਚਾਰਨ ਹੁੰਦਾ ਹੈ। ਇੱਥੇ ਖੀਵੀ ਨੇਕ ਜ਼ਨ, ਮਾਤਾ ਖੀਵੀ ਬੜੀ ਨੇਕ ਔਰਤ ਹੈ ਜਿਸ ਬਹੁਤੀ ਛਾਉ ਪਤਰਾਲੀ, ਜਿਵੇਂ ਕੋਈ ਸੰਘਣਾ ਦਰਖਤ ਬੇਅੰਤ ਪੱਤਿਆਂ ਵਾਲਾ ਸੰਘਣੀ ਛਾਂ ਕਰਦਾ ਹੈ। ਆਖਣ ਲੱਗੇ ਵੀ ਜਿਵੇਂ ਗੁਰੂ ਅੰਗਦ ਸਾਹਿਬ ਸ਼ਰਨ ਵਿੱਚ ਆਉਣ ਵਾਲਿਆਂ ਤੇ ਮਿਹਰ ਕਰਦੇ ਨੇ, ਇਵੇਂ ਮਾਤਾ ਖੀਵੀ ਜਿਹੜੀ ਹੈ ਉਹ ਵੀ ਬਹੁਤ ਹੀ ਠੰਡੀ ਤੇ ਪਿਆਰ ਭਰੀ ਛਾਂ ਪੁੱਤਰਾਂ ਵਾਂਗ ਪਿਆਰ ਕਰਦੇ ਨੇ। ਜਿਹੜਾ ਵੀ ਸ਼ਰਨ ਵਿੱਚ ਆਉਂਦਾ ਹੈ ਸੰਗਤ ਬਣ ਕਰਕੇ ਆਉਂਦਾ ਹੈ। ਤੇ ਫਿਰ ਆਖਦੇ ਨੇ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ। ਉਥੇ ਆਖਦੇ ਨੇ ਵੀ ਗੁਰੂ ਨਾਨਕ ਦਾ ਇਹ ਜਿਹੜਾ ਲੰਗਰ ਖਾਨਾ ਹੈ, ਇਹ ਲੰਗਰ ਜਿੱਥੇ ਨਾਮ ਦੀ ਦੌਲਤ ਵੰਡੀ ਜਾ ਰਹੀ ਹੈ, ਉਥੇ ਰਸ ਅੰਮ੍ਰਿਤ ਖੀਰ ਕਿਆਲੀ, ਉਥੇ ਉਸ ਲੰਗਰ ਦੇ ਵਿੱਚ ਮਾਤਾ ਖੀਵੀ ਜੀ ਵੱਲੋਂ ਤਿਆਰ ਕੀਤੇ ਰਸ ਭਰੀ ਤੇ ਘਿਓ ਵਾਲੀ ਖੀਰ ਵਰਤਾਈ ਜਾਂਦੀ ਹੈ। ਇਹਨੂੰ ਮੈਂ ਇੰਜ ਵੀ ਬੇਨਤੀ ਕਰਦਾ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਜ਼ਿੰਮੇਵਾਰੀ ਜਿਹੜੀ ਨਿਭਾਈ ਹੈ, ਜਿਹਨੂੰ ਗੋਏ ਉਠਾਲੀ, ਉਸ ਜ਼ਿੰਮੇਵਾਰੀ ਦੇ ਵਿੱਚ ਖਡੂਰ ਸਾਹਿਬ ਦੀ ਧਰਤੀ ਤੇ ਸਰੀਰਕ ਤੰਦਰੁਸਤੀ ਵਾਸਤੇ ਮਲ ਅਖਾੜੇ ਵੀ ਸਥਾਪਿਤ ਕੀਤੇ ਨੇ। ਤੇ ਰਸ ਅੰਮ੍ਰਿਤ ਖੀਰ ਘਿਆਲੀ ਦੇ ਜੇ ਅਰਥਾਂ ਨੂੰ ਸਮਝ ਲਈਏ ਤੇ ਮਾਨੋ ਇੰਜ ਹੈ ਵੀ ਜਿਨ੍ਹਾਂ ਨੇ ਸਰੀਰਕ ਤਾਕਤ ਇਕੱਤਰ ਕਰਨੀ ਹੈ ਤੇ ਘਿਓ ਦੀ ਵਧੇਰੇ ਉਸ ਵਕਤ ਜ਼ਰੂਰਤ ਹੈ। ਤੋ ਇੱਥੇ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ ਦੇ ਭਾਵ ਜਦੋਂ ਅਸੀਂ ਵੇਖਾਂਗੇ ਵੀ ਗੁਰੂ ਕੇ ਲੰਗਰ ਵਿੱਚ ਉਹ ਭੋਜਨ ਵਰਤਦਾ ਹੈ ਜਿਹੜਾ ਸਰੀਰ ਨੂੰ ਤੰਦਰੁਸਤ ਰੱਖਦਾ ਹੈ, ਜਿਹੜਾ ਸਰੀਰ ਅੰਦਰ ਤਾਕਤ ਪੈਦਾ ਕਰਦਾ ਹੈ। ਤੇ ਆਖਦੇ ਨੇ ਇੰਨੀ ਵਡਿਆਈ ਜਿੱਥੇ ਗੁਰੂ ਅੰਗਦ ਸਾਹਿਬ ਦੀ ਹੋ ਰਹੀ ਹੈ, ਇਹੀ ਵਡਿਆਈ ਮਾਤਾ ਖੀਵੀ ਨੇਕ ਜਨ ਦੀ ਹੋ ਰਹੀ ਹੈ, ਨੇਕ ਔਰਤ ਦੀ ਹੋ ਰਹੀ ਹੈ। ਉੱਥੇ ਆਖਦੇ ਨੇ ਵੀ ਇਸ ਪਰਿਵਾਰ ਦੀ ਜਦੋਂ ਸ਼ੋਭਾ ਵਧੀ ਹੈ ਤੇ ਅਕਸਰ ਐਸਾ ਹੁੰਦਾ ਵੀ ਕਿਸੇ ਦੀ ਸ਼ੋਭਾ ਕਿਸੇ ਦੀ ਵਡਿਆਈ ਵਧੇ ਤੇ ਉਹਦੇ ਬਹੁਤ ਸਾਰੇ ਵਿਰੋਧੀ ਧਿਰ ਵੀ ਪੈਦਾ ਹੋ ਜਾਂਦੇ ਨੇ। ਪੰਕਤੀ ਹੈ ਗੁਰ ਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ। ਜਿਹੜੇ ਤੇ ਗੁਰੂ ਕੇ ਸਿੱਖ ਨੇ, ਜਿਹੜੇ ਤੇ ਸ਼ਬਦ ਦੀ ਕਿਰਪਾ ਨੂੰ ਜਾਣਨ ਸਮਝਣ ਵਾਲੇ ਨੇ, ਕਹਿਣ ਲੱਗੇ ਉਹਨਾਂ ਦੇ ਤੇ ਮੁਖ ਉਜਲੇ ਪਏ ਹੋ ਰਹੇ ਨੇ ਇਸ ਵਡਿਆਈ ਨੂੰ ਵੇਖ ਕੇ, ਸ਼ਬਦ ਵਿਚਾਰ ਨੂੰ ਜੀਵਨ ਵਿੱਚ ਕਮਾ ਕਰਕੇ। ਪਰ ਮਨ ਮੁਖ ਥੀਏ ਪਰਾਲੀ, ਮਨ ਪਿੱਛੇ ਤੁਰਨ ਵਾਲਿਆਂ ਦਾ ਜੀਵਨ ਐਸਾ ਜਿਵੇਂ ਪਰਾਲੀ ਜਿਹਦੇ ਵਿੱਚੋਂ ਦਾਣੇ ਕੱਢ ਲਏ ਗਏ ਨੇ ਤੇ ਕੱਲਾ ਫੋਕ ਬਾਕੀ ਬਚਿਆ ਹੈ। ਆਖਦੇ ਨੇ ਮਨਮੁਖਾਂ ਦਾ ਹਾਲ ਇਹ ਹੈ। ਸ਼ਬਦ ਦੀ ਅਖੀਰਲੀ ਪੰਕਤੀ, ਪੌੜੀ ਦੀ ਅਖੀਰਲੀ ਪੰਕਤੀ ਹੈ
ਪਏ ਕਬੂਲ ਖਸਮ ਨਾਲ, ਜਾਂ ਕਾਲ ਮਰਦੀ ਕਾਲੀ। ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੇ ਘਰ ਵਿੱਚ ਕਬੂਲ ਪੈ ਗਏ ਨੇ। ਉਹ ਕਬੂਲ ਤਾਂ ਪਏ ਨੇ, ਜਾਂ ਦਾ ਅਰਥ ਹੈ ਜਦੋਂ ਕਾਲ ਮਰਦੀ, ਉਚਾਰਨ ਕਰਨ ਲੱਗਿਆ ਬੜਾ ਖਿਆਲ ਕਰਨਾ ਹੈ, ਮਰਦੀ ਮਰਦਾਂ ਵਾਲੀ ਕਾਲ, ਨਾਸਕੀ ਉਚਾਰਨ ਰਹੇਗਾ ਵੀ ਜਦੋਂ ਉਹ ਕਰੜੀ ਮਿਹਨਤ, ਭਾਣਾ ਮੰਨਣ ਦੀ, ਹੁਕਮ ਮੰਨਣ ਦੀ ਕਰੜੀ ਮਿਹਨਤ ਕੀਤੀ ਹੈ, ਇਹ ਕਾਲ ਕਮਾਈ ਕੀਤੀ ਹੈ, ਤੇ ਇਸ ਕਾਲ ਕਮਾਈ ਦੇ ਸਦਕਾ ਹੀ ਗੁਰੂ ਅੰਗਦ ਸਾਹਿਬ ਪ੍ਰਵਾਨ ਹੋਏ ਨੇ, ਜਿਹਦੇ ਵਾਸਤੇ ਇੱਥੇ ਅਖੀਰ ਪੰਕਤੀ ਦੇ ਅੰਦਰ ਭਾਈ ਬਲਵੰਤ ਜੀ ਲਿਖਦੇ ਨੇ, ਮਾਤਾ ਖੀਵੀ ਸ਼ਹ ਸੋਏ ਜਿਨ ਗੋਏ ਉਠਾਲੀ। ਜਿਸ ਨੇ ਇਹ ਸਾਰੀ ਖਲਕਤ ਕਾਇਨਾਤ ਨੂੰ ਤਾਰਨ ਦੀ ਜ਼ਿੰਮੇਵਾਰੀ ਲਈ ਹੈ, ਉਹ ਮਾਤਾ ਖੀਵੀ ਦਾ ਸ਼ਹਿ ਹੈ, ਮਾਤਾ ਖੀਵੀ ਦਾ ਸ਼ੌਹਰ ਹੈ, ਤੇ ਆਖਦੇ ਨੇ ਵੀ ਉਹਨੇ ਵੱਡੀ ਜ਼ਿੰਮੇਵਾਰੀ ਪ੍ਰਾਪਤ ਕਰਕੇ ਖਲਕਤ ਕਾਇਨਾਤ ਨੂੰ ਤਾਰਨਾ ਸ਼ੁਰੂ ਕਰ ਦਿੱਤਾ ਹੈ। ਇਸ ਪਾਵਨ ਪਵਿੱਤਰ ਤੀਜੀ ਪੌੜੀ ਦੇ ਅੰਦਰ ਅੱਜ ਜੋ ਜੀਵਨ ਜਾਚ ਤੋਂ ਜੋ ਵਿਚਾਰ ਸਾਨੂੰ ਪ੍ਰਾਪਤ ਹੋਈ ਹੈ, ਜਿਹਦੇ ਵਿੱਚ ਭਾਈ ਬਲਵੰਡ ਰਾਏ ਜੀ ਇਹ ਆਖਦੇ ਨੇ ਕਿ ਵੱਡੀ ਜ਼ਿੰਮੇਵਾਰੀ ਨੂੰ ਲੈ ਕਰਕੇ ਗੁਰੂ ਅੰਗਦ ਸਾਹਿਬ ਮਹਾਰਾਜ ਸ਼ਰਨ ਵਿੱਚ ਆਉਣ ਵਾਲੀਆਂ ਦੀਆਂ ਬੇਨਤੀਆਂ ਅਰਜ਼ੋਈਆਂ ਸੁਣ ਕਰਕੇ ਪ੍ਰਮਾਤਮਾ ਦੇ ਘਰ ਵਿੱਚ ਉਸ ਨੂੰ ਸਾਂਝਿਆ ਕਰਦੇ ਨੇ, ਤੇ ਰੱਬੀ ਘਰ ਵਿੱਚ ਸਤਿਗੁਰੂ ਦਾ ਆਖਿਆ ਹੋਇਆ ਬਚਨ ਪ੍ਰਵਾਨ ਪੈ ਜਾਂਦਾ ਹੈ। ਤੇ ਫਿਰ ਨਾਲ ਜ਼ਿਕਰ ਕੀਤਾ ਵੀ ਮਨ ਉੱਤੇ ਵਿਕਾਰਾਂ ਆਦਿਕ ਦੀ ਜੰਗਾਲ ਨਾ ਲੱਗ ਜਾਵੇ, ਉਹਦੇ ਵਾਸਤੇ ਗੁਰੂ ਕਾ ਸ਼ਬਦ ਮਸਕਲਾ ਬਣਨਾ ਚਾਹੀਦਾ ਹੈ। ਤੇ ਫਿਰ ਆਖਿਆ ਕਿ ਮਾਲਕ ਪ੍ਰਭੂ ਦੇ ਘਰ ਵਿੱਚ ਪ੍ਰਵਾਨਗੀ ਤਦੋਂ ਹੁੰਦੀ ਹੈ ਜਦੋਂ ਅਸੀਂ ਉਸ ਤਰ੍ਹਾਂ ਦੀ ਮਿਹਨਤ ਕਰੀਏ, ਪਏ ਕਬੂਲ ਖਸਮ ਨਾਲ, ਜਾਂ ਕਾਲ ਮਰਦੀ ਕਾਲੀ। ਤੇ ਉਹਦੇ ਵਾਸਤੇ ਸਤਿਗੁਰੂ ਪਵਿੱਤਰ ਬਾਣੀ ਵਿੱਚ ਆਖਦੇ ਨੇ, ਸਾਨੂੰ ਸਾਰਿਆਂ ਨੂੰ ਰੋਜ਼ ਸੁਚੇਤ ਕਰਦੇ ਹੋਏ ਆਖਦੇ ਨੇ ਵੀ ਜੇ ਅਸੀਂ ਵੀ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋਣਾ ਚਾਹੁੰਦੇ ਹਾਂ ਤੇ ਉਹ ਪ੍ਰਵਾਨਗੀ ਵਾਸਤੇ ਬਚਨ ਕਮਾਉਣੇ ਪੈਣਗੇ ਕਿ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹ ਨਾਮ ਧਿਆਉਣ ਦੀ ਮਸ਼ੱਕਤ, ਨਾਮ ਧਿਆਉਣ ਦੀ, ਨਾਮ ਜਪਣ ਦੀ ਮਿਹਨਤ, ਨਾਮ ਨੂੰ ਜੀਵਨ ਦਾ ਆਧਾਰ ਬਣਾਉਣ ਦਾ ਕਰਮ ਰੂਪੀ ਇਹ ਮਿਹਨਤ ਜੇ ਗੁਰੂ ਅੰਗਦ ਸਾਹਿਬ ਨੇ ਕੀਤੀ ਤੇ ਉਹ ਪ੍ਰਵਾਨ ਹੋ ਗਏ ਨੇ। ਤੇ ਜੇ ਅਸੀਂ ਵੀ ਉਹ ਮਿਹਨਤ ਕਰੀਏ ਤੇ ਅਸੀਂ ਵੀ ਮਾਲਕ ਪ੍ਰਭੂ ਦੇ ਘਰ ਵਿੱਚ ਪ੍ਰਵਾਨ ਹੋ ਸਕਦੇ ਹਾਂ। ਅੱਜ ਦੀ ਇਸ ਪੌੜੀ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਆਪ ਸੰਗਤ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਯੋਗ ਹੋ। ਮੇਰੀਆਂ ਭੁੱਲਾਂ ਮੇਰੀਆਂ ਜਾਣ ਕਰਕੇ ਮੇਰੀ ਝੋਲੀ ਵਿੱਚ ਪਾਉਣੀਆਂ। ਕੱਲ ਚੌਥੀ ਪੌੜੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਤੋ ਅੱਜ ਇੱਥੇ ਹੀ ਸਮਾਪਤੀ ਹੈ। ਫਤਿਹ ਪ੍ਰਵਾਨਗੀ ਦਿਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।